So everyone, here is रमन शर्मा एज एन IELTS ट्रेनर। आज का वीडियो होगा दैट वुड बी रीडिंग, और रीडिंग का जो कंसेप्ट आई एम गोइंग टू टीच ये सबसे डिफरेंट है। इसको बोलते हैं मैचिंग। मैचिंग में क्या होगा, देखो पता है क्या है, रीडिंग में बहुत सारे बच्चों को लगता है बोरिंग है। मैं हिंदी भी बोलूंगा, पंजाबी च भी गल करूंगा तो इंग्लिश भी बोलूंगा, बिकॉज दैट आई वांट हर एक बच्चे तक मेरी रीच है जो वो पहुंचे। रीडिंग मॉड्यूल ਨੂੰ ਬਹੁਤ ਬੱਚੇ ਬੋਰਿੰਗ ਮੋਡਿਊਲ ਕੰਸੀਡਰ ਕਰਦੇ ਆ। ਇਹ ਕਲੈਰਿਟੀ ਹੈ, ਉਹਦਾ ਰੀਜ਼ਨ ਇਹ ਹੈ ਕਿ ਉਹਨਾਂ ਦਾ ਕਨਸੈਂਟਰੇਟ ਐਕੂਰੇਟ ਉੱਥੇ ਨਹੀਂ ਵੱਜਦਾ। ਬਹੁਤ ਬੱਚੇ ਇੱਕ ਗੱਲ ਸੋਚਦੇ ਕਿ ਸਰ ਜਦੋਂ ਅਸੀਂ ਲੋਕੇਸ਼ਨ ਤੇ ਪਹੁੰਚ ਜਾਂਦੇ ਆ ਨਾ ਸਾਨੂੰ ਐਕੂਰੇਟ ਆਨਸਰ ਨਹੀਂ ਮਿਲਦਾ। ਦੇਖੋ ਅੱਜ ਦੀ ਜੋ ਟਾਈਪ ਹੈ ਨਾ ਇਹ ਮੈਚਿੰਗ ਹੈ। ਮੈਚਿੰਗ ਇੱਕ ਹੁੰਦੇ ਆ ਲਿਸਟ ਆਫ ਹੈਡਿੰਗ, ਇੱਕ ਹੁੰਦੇ ਆ ਲਿਸਟ ਆਫ ਹੈਡਿੰਗ। ਉਹਦੇ 'ਚ ਪਤਾ ਕੀ ਹੁੰਦਾ ਹੈ ਕਿ ਤੁਸੀਂ ਪੂਰਾ ਪੈਰਾਗ੍ਰਾਫ ਨੂੰ ਰੀਡ ਆਊਟ ਕਰਨਾ ਹੁੰਦਾ ਹੈ। ਪੂਰੇ ਪੈਰੇ ਨੂੰ ਰੀਡ ਆਊਟ ਕਰਨ ਤੋਂ ਬਾਅਦ ਸਾਰੇ ਪੈਰਾਗ੍ਰਾਫ ਦਾ ਓਵਰਆਲ ਕੱਢਣਾ ਹੁੰਦਾ ਹੈ ਤੇ ਓਵਰਆਲ ਕੱਢਣ ਤੋਂ ਬਾਅਦ ਤੁਸੀਂ ਇਹਨਾਂ ਨਾਲ ਮੈਚ ਕਰਨਾ ਹੁੰਦਾ ਹੈਗਾ। ਮੈਂ ਤੁਹਾਨੂੰ ਇੱਕ ਐਵੇਂ ਦੀ ਟ੍ਰਿਕ ਸਿਖਾਊਂਗਾ, ਰੀਡਿੰਗ ਬੋਰਿੰਗ ਲੱਗਣੋਂ ਹਟ ਜੂਗੀ। ਤੁਸੀਂ ਇੰਨੀ ਦੂਰੋਂ ਮੇਰੇ ਕੋਲ ਇੱਥੇ ਪੜ੍ਹਨ ਆਏ ਹੋਗੇ ਤੇ ਮੈਂ ਇਹੀ ਕਨਸੈਪਟ ਸੋਚ ਕੇ ਪੜ੍ਹਾਊਂਗਾ ਕਿ ਤੁਹਾਨੂੰ ਕਲੈਰਿਟੀ ਹੋਵੇ। ਜੇ ਇੱਕ ਵੀ ਬੱਚੇ ਨੂੰ ਡਾਊਟ ਹੋਊਗਾ ਮੈਂ ਰਿਸਪੌਂਸਿਬਲ ਹਾਂ ਉਸ ਚੀਜ਼ ਦਾ। ਮੈਂ ਬੋਰ ਨਹੀਂ ਹੋਣ ਦੇਵਾਂਗਾ। ਆਪਾਂ ਚੁਟਕਲੇ ਸੁਣਾਵਾਂਗੇ, ਆਪਾਂ ਪੜ੍ਹਾਵਾਂਗੇ, ਆਪਾਂ ਆਪਣੀ ਕਲਾਸ ਨੂੰ ਹਸਾਵਾਂਗੇ ਤੇ ਇੱਕ ਟੀਚਰ ਦਾ ਪੜ੍ਹਾਉਣ ਦਾ ਤਰੀਕਾ ਕਿ ਆਪਾਂ ਆਪਣੇ ਬੱਚੇ ਨੂੰ ਕਿਵੇਂ ਬੰਨ ਕੇ ਰੱਖਾਂਗੇ। ਸਮਾਂ ਬਿਲਕੁਲ ਖਰਾਬ ਨਹੀਂ ਕਰਦੇ, ਤੁਹਾਨੂੰ ਕਨਸੈਪਟ ਕਲੀਅਰ ਕਰਦਾ। ਲੈ ਵੀ ਸੋਨੀ ਮਿੱਤਰ ਪਿਆਰਿਆ, ਕਨਸੈਪਟ ਕਲੀਅਰ ਕਰਤੇ, ਲਾਈਟ ਆਫ ਕਰ ਦਿਓ ਜੀ। ਥੈਂਕ ਯੂ ਸੋ ਮਚ। ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲੇ ਉੱਪਰ ਸਟੇਟਮੈਂਟ ਨੂੰ ਆਪਾਂ ਇੰਸਟਰਕਸ਼ਨ ਨੂੰ ਰੀਡ ਕਰਕੇ ਦੇਖੀਏ। ਜੋ ਇੰਸਟਰਕਸ਼ਨ ਕੀ ਕਹਿੰਦੀਆਂ ਨੇ, ਰੀਡਿੰਗ ਪੈਸੇਜ 2 ਹੈਜ਼ 8 ਪੈਰਾਗ੍ਰਾਫ। ਆਪਣੇ ਕੋਲੇ ਕਿੰਨੇ ਨੇ? 8 ਪੈਰਾਗ੍ਰਾਫ ਨੇ। which paragraph concentrate on the following information, write the appropriate letter R to H, A ਤੋਂ ਲੈ ਕੇ H ਤੱਕ ਇਹ ਪੈਰਾਗ੍ਰਾਫ ਦੇ ਵਿੱਚ ਕੋਈ ਨਾ ਕੋਈ ਆਪਾਂ ਨੂੰ ਇਨਫੋਰਮੇਸ਼ਨ ਹੋਏਗੀ। ਤੇ ਨੀਚੇ ਇੱਕ ਦਿੱਤਾ ਹੋਇਆ ਹੈ you need only write one letter for each answer। मतलब ਇਹ ਹੈ ਜੇ ਕਿਸੇ ਦਾ ਆਨਸਰ ਇੱਕ ਵਾਰ A ਆ ਗਿਆ ਜਾਂ B ਆ ਗਿਆ ਤਾਂ ਦੁਬਾਰੇ ਹੋਰ ਕਿਸੇ ਦਾ ਆਨਸਰ A ਜਾਂ B ਨਹੀਂ ਹੋਏਗਾ। ਡਨ। ਆਪਣਾ ਮੇਨ ਕਨਸੈਪਟ ਕੀ ਹੈ, ਜੇ ਬੱਚਾ ਮੇਰੇ ਕੋਲ ਪੜ੍ਹਦਾ ਹੈਗਾ ਉਹਨੂੰ ਇਹ ਪਤਾ ਹੋਵੇ ਉਹਨੇ 14 ਤੋਂ ਲੈ ਕੇ 19 ਤੱਕ ਇੱਕ ਵਾਰ ਵੀ ਰੀਡ ਆਊਟ ਨਹੀਂ ਕਰਨਾ। ਜੇ ਤੁਸੀਂ ਇੱਕ ਵਾਰ ਵੀ ਰੀਡ ਆਊਟ ਕਰ ਲਿਆ ਤਾਂ ਸਭ ਤੋਂ ਵੱਡੀ ਮਿਸਟੇਕ ਹੋ ਜਾਏਗੀ, ਪੇਪਰ ਨਹੀਂ ਕਲੀਅਰ ਹੁੰਦਾ, ਐਵੇਂ ਬੋਰ ਹੋ ਜਾਓਗੇ, ਐਕੂਰੇਸੀ ਨਹੀਂ ਆਊਗੀ। ਆਪਾਂ ਕੀ ਕਰਨਾ ਹੈਗਾ, ਆਪਣੇ ਕੋਲੇ ਲੁੱਕ ਐਟ, ਆਪਣੇ ਕੋਲੇ ਪੈਰਾਗ੍ਰਾਫ ਨੇ। ਪੈਰਾਗ੍ਰਾਫ ਐਗਜ਼ਾਮਪਲ ਦੇਖੋ, ਪੈਰਾਗ੍ਰਾਫ A, ਪੈਰਾਗ੍ਰਾਫ B, ਪੈਰਾਗ੍ਰਾਫ C, D, E, F, G, H। ਆਪਾਂ ਕੀ ਕਰਨਾ ਹੈ ਬੱਚੇ, ਇੱਕ ਗੱਲ ਹੋਰ ਦੇਖਿਓ, ਜੇ ਤਾਂ ਹੋਊਗਾ ਲਿਸਟ ਆਫ ਹੈਡਿੰਗ। ਲਿਸਟ ਆਫ ਹੈਡਿੰਗ ਪਤਾ ਕੀ ਕਰਦਾ ਹੈਗਾ, ਪੂਰਾ ਪੈਰਾ ਪੜਨ ਤੋਂ ਬਾਅਦ ਉਸ ਪੈਰੇ ਦਾ ਓਵਰਆਲ ਕੱਢਿਆ ਜਾਂਦਾ ਹੁੰਦਾ, ਨਿਚੋੜ ਵੀ ਕਹਿਣਾ ਕੀ ਚਾਹੁੰਦਾ ਹੈ, ਉਧਰ ਆ ਕੇ ਆਪਾਂ ਮੈਚ ਕਰ ਲਈਦਾ। ਇਹਦੇ ਚ ਮੈਚਿੰਗ ਦੇ ਵਿੱਚ ਓਵਰਆਲ ਨਹੀਂ ਕੱਢਿਆ ਜਾਂਦਾ, ਪੂਰਾ ਪੈਰਾ ਪੜਨਾ ਪਊਗਾ ਪਰ ਕਿਸੇ ਇੱਕ ਜਾਂ ਦੋ ਲਾਈਨਾਂ ਦੇ ਵਿੱਚ ਆਨਸਰ ਲੁਕਿਆ ਹੋਊਗਾ, ਹੋਰ ਕੁਝ ਵੀ ਨਹੀਂ। ਮੈਂ ਤੁਹਾਨੂੰ ਤੁਹਾਡੇ ਲੈਵਲ ਤੇ ਆ ਕੇ ਪੜਾਉਂਗਾ। ਕਿਸੇ ਬੱਚੇ ਨੂੰ ਇਹ ਨਹੀਂ ਫੀਲ ਹੋਣ ਦਿੰਦਾ ਵੀ ਸਾਡੇ ਟ੍ਰੇਨਰ ਨੇ ਤਾਂ ਯਾਰ ਉੱਪਰ ਦੀਆਂ ਗੱਲਾਂ ਕਰਤੀਆਂ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਕੀ ਨਹੀਂ ਹੋ ਗਿਆ। ਤੁਹਾਨੂੰ ਕਨਸੈਪਟ ਕਲੀਅਰ ਕਰਕੇ ਦਿਖਾਉਣਾ ਕਿਵੇਂ। ਸ਼ੁਰੂ ਕਰਦੇ ਹਾਂ ਤੇ ਜੇ ਕੋਈ ਵੀ ਡਾਊਟ ਆਊਗਾ ਨਾ ਮੈਨੂੰ ਵੀਡੀਓ ਦੇ ਵਿੱਚ ਰੋਕਿਓ। ਮੈਨੂੰ ਕੋਈ ਇਹ ਨਹੀਂ ਹੈਗਾ ਕਿ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂਗੇ ਆਪਾਂ ਕੱਲਾ ਆਰਟੀਫੀਸ਼ੀਅਲ ਬਿਹੇਵੀਅਰ ਕਰਨਾ, ਨਾ ਨਾ ਨਾ, ਐਕੂਰੇਸੀ ਚਾਹੀਦੀ ਹੈ। ਮੰਨਦੇ ਹੋ ਗੱਲ? ਤੇ ਇਹ ਕਲੀਅਰ ਰੱਖਿਓ ਵੀ ਜੇ ਕਿਸੇ ਵੀ ਬੱਚੇ ਨੂੰ ਕੋਈ ਦਿੱਕਤ ਆਊਗੀ ਨਾ ਨਾਲ ਦੀ ਨਾਲ ਰੋਕਿਓ, ਮੈਂ ਹੈਲਪ ਕਰੂੰਗਾ। ਕੋਈ ਵੋਕੈਬਲਰੀ ਦਾ ਵਰਡ ਹੋਵੇ ਮੈਂ ਦੱਸੂਗਾ, ਆਨਸਰ ਕਿਵੇਂ ਲੱਭਣਾ ਮੈਂ ਦੱਸੂਗਾ। ਸਟਾਰਟ ਕਰਾਂ? ਚਲੋ ਜੀ। ਤੇ એનર્ਜੀ ਜਮੀ ਨਹੀਂ ਪਤਾ ਲੱਗੂਗਾ ਵੀ ਚਾਹੇ ਮਾਸਟਰ 1 ਘੰਟਾ ਪੜਾਵੇ, ਅੱਧਾ ਘੰਟਾ ਪੜਾਵੇ, એનર્ਜੀ ਨਹੀਂ ਜਾਣ ਦਿੰਦਾ, ਕਿਉਂਕਿ ਜਦੋਂ ਤੱਕ ਮੈਂ ਖੜਾ ਉਰੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਪੜਾਉਣਾ ਕੀ ਕਹਿੰਦੇ ਨੇ। ਤੇ ਬੰਦਾ ਦਿਲੋਂ ਪੜਾ ਰਿਹਾ ਹੈ ਤਾਂ ਸਿੱਧੀ ਫਿਰ ਗੱਲ ਦਿਲ 'ਚ ਜਾਣੀ ਚਾਹੀਦੀ ਆ, ਠੀਕ ਆ? ਚਲੋ ਜੀ ਸ਼ੁਰੂ ਕਰੀਏ ਆਪਣਾ ਕਨਸੈਪਟ। ਤਾਂ ਸਭ ਤੋਂ ਪਹਿਲਾਂ ਕਹਿਣਾ ਕੀ ਚਾਹੁੰਦਾ ਇਹ, ਕਹਿੰਦਾ ਇਹ ਆਲੂ ਜੀ ਤੁਹਾਡੀ ਹੈਲਪ ਦੇ ਲਈ, देयर आर नाउ ओवर 700 मिलियन मोटर व्हीकल्स इन द वर्ल्ड। लगभग 700 मिलियन मतलब व्हीकल ने वो इस टाइम वर्ल्ड दे विच हैगे ने, एंड द नंबर इज राइजिंग बाय मोर देन 40 मिलियन ईच ईयर। दुनिया दे विच 700 मिलियन कारां बसां नेगियां, हर साल 40 मिलियन होर वधदियां जा रही नेगियां। The average distance driven by car user is growing to from 8 किलोमीटर a day
per person in Western Europe in 1965 to 25 kilometer a day in 1995। ਪਹਿਲਾਂ ਲੋਕ 8 ਕਿਲੋਮੀਟਰ ਕਾਰ ਚਲਾਉਂਦੇ ਸੀ ਰੋਜ਼, ਇੱਕ ਐਵਰੇਜ ਕੱਢੀ ਸੀਗੀ। ਹੁਣ 1965 ਚ ਚਲਾਉਂਦੇ ਸੀ ਤੇ 1995 ਦੇ ਵਿੱਚ ਆ ਕੇ ਇਹ ਇਨਕਰੀਜ਼ ਹੋ ਗਿਆ, ਲੋਕ ਕਾਰ ਦਾ ਹੋਰ ਯੂਜ਼ ਕਰਨ ਲੱਗੇ ਤਾਂ 8 ਕਿਲੋਮੀਟਰ ਦੀ ਜਗ੍ਹਾ ਤੇ ਕਿੰਨਾ ਕਿਲੋਮੀਟਰ ਚਲਾਉਣ ਲੱਗੇ, 25 ਕਿਲੋਮੀਟਰ ਕਾਰ ਚਲਾਉਣ ਲੱਗੇ। ਦਿਸ dependence on motor vehicle has given rise to major problem। ਇਹਦੇ ਨਾਲ ਫਿਰ ਬੜੀਆਂ ਮੇਜਰ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਗਈਆਂ, ਇਨਕਲੂਡਿੰਗ एनवायरमेंटल ਕਿਵੇਂ ਹੋਊਗੀ ਪ੍ਰੋਬਲਮ, ਪੋਲਿਊਸ਼ਨ ਕ੍ਰੀਏਟ ਹੋਣ ਲੱਗ ਗਿਆ ਹੈ ਨਾ, डिप्लीशन ऑफ ऑयल रिसोर्सिस, ऑयल रिसोर्स खत्म होने लगे, ट्रैफिक कंजेशन एंड सेफ्टी। मतलब आप पूरा पैरा ये पढ़िया भी 700 मिलियन लगभग सारे संसार च कारां बसां जो भी है वो हैगियां ने, हर साल 40 मिलियन वध रहीआं नेगियां। पहलां लोग 8 किलोमीटर चलाउंदे सी, फिर 25 किलोमीटर रोज चलाउण लगे, कारां दा यूज बहुत ज़्यादा वध गया। आही चीज़ दसी है, इहदे नाल बड़ियां प्रॉब्लम आ रही ने, ट्रैफिक पॉल्यूशन जो भी। डन हुण अपने कोले ऑप्शन की है, जे मेरा स्टूडेंट की करेगा, मैच करेगा। मैच करना मतलब सुनो, सब तो रूल सीख लो, ये नहीं लभना भी आ मेरा आंसर है, ये लभना भी आ तां मेरा आंसर नहीं हैगा। एलिमीनेट करना, जिवें कि आपां देख सकते हैं, ध्यान नाल देखो और बड़े आराम नाल, ते किसी बच्चे नूं कोई काली नहीं हैगी, ध्यान नाल देखो। मतलब 14 है, आ कंपैरिजन ऑफ पास्ट एंड प्रेजेंट ट्रांसपोर्टेशन मैथड। तुसीं सोच के देखो, जे किसी बच्चे नूं ये लगू ना भी पास्ट ते प्रेजेंट, वो तो दोने पास्ट सी, 1965 भी पास्ट सीगा, 1995 भी पास्ट सी। मतलब 14 आंसर दी तां आपां आ से बंद कर दिए, ये तो आ ही नहीं सकता, एलिमिनेट हो गया। हाउ ड्राइविंग हैबिट्स कॉन्ट्रीब्यूट द रोड प्रॉब्लम, कोई हैबिट मतलब ये भी नहीं आउंदा हैगा। द रिलेटिव मैरिट्स ऑफ कार्स एंड पब्लिक ट्रांसपोर्ट, कोई राइटर दी ऑन प्रेडिक्शन ऑफ द फ्यूचर, द इंपैक्ट ऑफ कार ऑन सिटी डेवलपमेंट। तुसी एक बार 18 बहुत चंगे तरीके नाल पढ़ के देखो, द इनक्रीजिंग यूज ऑफ मोटर व्हीकल। आप उधर की पढ़िया सीगा, 700 मिलियन 40 मिलियन हर बार वध रही ने। पहला 8 किलोमीटर चलाते सी, फिर 25 किलोमीटर चलाने लगे। इनक्रीज की हो रहा है, यूज हो रहा है मोटर व्हीकल का। तो अपना आंसर लाने का तरीका भी देख लो, कोई बच्चा बाय मिस्टेक की है। हुण देखो 18 आंसर है ना, जिहड़ा 18 का आंसर है ए, 18 का आंसर है ए। हुण जे बंदा कोई 14वें तो पहला आंसर लभदा, हुण 15वां, आपां नूं सीधा ही 18वां लभ गया। ये उल्टे पुलटे लभदे ने, ते जदों आपां लास्ट पैराग्राफ तक आवांगे सारे आंसर लभ जाणगे। हुण आ भी गल श्योर है कि ये किसी होर दा आंसर नहीं आ सकदा, ये किसी होर दा आंसर नहीं आ सकदा। जे कोई बच्चा कन्फ्यूज हो जाए ना, तो मेरी एक गल मन्नियो, जे कन्फ्यूज हो जाए आंसर ना लाइयो, साइड ते लिख लियो, कन्फ्यूज होकर ना लाइयो। क्योंकि जे एक गलत गया तो 100%, 2 गलत गए, जे 2 गलत गए तो 4 गलत गए, 3 गलत गए तो बस घरे बह जाओ। चलो पैराग्राफ ए सैटिस्फैक्शन है। yes, चलो पैराग्राफ बी पढ़ते हैं आप। आ लो जी पैराग्राफ बी, थोड़े नाल आ, मैं चिंता ना करो। कहना वाइल एमिशंस फ्रॉम न्यू कार्स आर फॉर लैस हार्मफुल दैन दे यूज्ड टू बी। नवीं जिहड़ियां कार्स नेगियां ना, जिहड़ियां ओह घट खतरनाक ने, पहलों वालियां तो बहुत ज़्यादा खतरनाक होंदियां सीगियां। सिटी स्ट्रीट्स एंड मोटरवेज आर बिकमिंग मोर क्राउडेड दैन एवर। देखो शहर ने जेडे वो भीड़ भड़के का एक कारण बन गए, क्योंकि तुहानूं सारिਆਂ ਨੂੰ पता ही है कि जे व्हीकल आउणगे तो बाजार एक एवें दी जगह हुंदी है जिहदे कारां वाले पैदल तुरदिਆਂ ਨੂੰ ਗਾਲਾਂ ਕੱਢੀ ਜਾਂਦੇ ने, ਜਿਹੜੇ तुरदे वाले ने वो कारां वाले ਨੂੰ ਗਾਲਾਂ ਕੱਢੀ ਜਾਂਦੇ ने, है ना। तो कहना भी की है, शहर बड़े क्राउडी हो गए, ऑफन विद ओल्डर ट्रक्स, बसिस एंड टैक्सीज विच एमिट एक्सेसिव लैवल ऑफ स्मोक एंड फ्यूम्स। ਜਿਹੜੇ ਆ मतलब ਇੰਨੀਆਂ ट्रक चलते हैं, बसिस चलदियां ने, टैक्सीज चलदियां ने, ते बहुत ज़्यादा धुआं फैलाउंदे नेगे। दिस कंसनट्रेशन ऑफ व्हीकल्स मेक एयर क्वालिटी इन अर्बन एरिया अनपलेजेंट। पलेजेंट हुंदा है वधिया खुश करना, ते अनपलेजेंट हुंदा है बेकार करना। अर्बन एरिया हुंदा शहरी एरिया। कहता भी जेडे इन्ने व्हीकल चलते हैं ना, ये की करते हैं, साडे अर्बन एरिया की जिहड़ी एयर क्वालिटी है ना,
ਅਨਪਲੇਜ਼ੈਂਟ ਕਰ ਦਿੰਦੇ ਨੇ। ਜਿਨ੍ਹਾਂ ਦੇ ਘਰ ਪਿੰਡਾਂ 'ਚ ਨੇ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਕਿ ਉੱਥੇ ਪੋਲਿਊਸ਼ਨ ਨਹੀਂ ਹੈਗਾ, ਤਾਜ਼ੀ ਹਵਾ ਮਿਲਦੀ ਹੈ। ਆਪਣੇ ਵਾਲਿਆਂ ਨੂੰ ਤਾਂ ਬੁਲਟ ਵਾਲਾ ਲੰਘ ਗਿਆ ਜੀ, ਓਹੋ, ਹੈ ਨਾ। ਐਂਡ ਸਮਟਾਈਮ ਡੇਂਜਰਸ ਟੂ ਬਰੀਥ, ਤਾਂ ਸਾਹ ਲੈਣ 'ਚ ਵੀ ਬੜੀ ਔਖਾ ਹੁੰਦਾ ਹੈਗਾ। ਈਵਨ ਮੋਸਕੋ ਹੈਜ਼ ਜੁਆਇੰਡ ਦ ਲਿਸਟ ਆਫ ਕੈਪੀਟਲਸ ਐਫਲੀਕੇਟਡ ਬਾਏ congestion and traffic fumes in Mexico City. Vehicle pollution is a major health hazards. ਇਹਨੇ ਇੱਕ ਤਾਂ ਇਹ ਦੱਸਿਆ ਵੀ ਪਹਿਲਾਂ ਜਿਹੜੇ ਵਹੀਕਲ ਸੀਗੇ ਉਹ ਖਤਰਨਾਕ ਜਾ ਰਹੇ ਸੀ, ਚੱਲ ਨਵੇਂ ਘੱਟ ਹੋ ਗਏ। 에ਅਰ ਕੁਆਲਿਟੀ ਦੀ ਉਹਨੇ ਟਾਕ ਕਰਤੀ ਵੀ ਸ਼ਹਿਰਾਂ ਦੇ ਵਿੱਚ ਸਾਹ ਲੈਣਾ ਵੀ ਔਖਾ ਹੋ ਗਿਆ, ਕਿਉਂਕਿ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜੀ ਹਵਾ ਉਹ ਪੋਲਿਊਟ ਹੈਗੀ, ਜਿਹੜੀ ਉਹ ਕਿੰਨਾ ਤਰੀਕੇ ਨਾਲ ਹੋ ਰਿਹਾ ਹੈਗਾ। ਠੀਕ ਆ, ਤਾਂ ਆਰਾਮ ਨਾਲ ਦੇਖਿਓ, ਕੋਈ ਕੁਛ ਨਹੀਂ ਹੈਗਾ, ਬੜੇ ਕੰਸਨਟਰੇਟ ਨਾਲ ਦੇਖਿਓ ਪਲੀਜ਼। देखो आराम नाल ते बोलियो ना कोई, एक बार आराम नाल ना। ये अपना 18 तो आंदा नहीं है, ठीक है, ये नहीं आंदा। तुसी देखियो तुहानू की लगदा है, बड़े आराम नाल। चलो हाँ जी, तुहानू चाह ली की लगता है? 15 एक मिनट, 15 हैबिट वर्ड मैनू दसो कित्थे आया? हैबिट वर्ड दसो मैनू कित्थे? पवन 14 एक मिनट। कंपैरिजन होया पास्ट ते प्रेजेंट दे ट्रांसपोर्टेशन मैथड दा। ना 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 19 इम्पैक्ट ऑफ द कार ऑन सिटी डेवलपमेंट का होंदा भी डेवलप होना। ये तो शहर दी माड़ियां गल्लां दस रहा सी। ते मेरे सज्जन प्यारियो, एक ऊड़ा एड़ा अपना पंजाबी मां बोली दी एक बड़ी फेमस चीज़ है भी नैयां खाली, सुनिया है? आइयां भी खाली। ਤਾਂ ਕਹਿਣ ਦਾ ਮਤਲਬ ਇਹ ਹੈ ਮੈਚਿੰਗ ਇੱਕ ਐਵੇਂ ਦੀ ਚੀਜ਼ ਹੈ ਕਿ ਇਹ 'ਚ ਇੱਕ ਪੈਰਾ ਖਾਲੀ ਵੀ ਵਗ ਸਕਦਾ ਹੈਗਾ। ਹੁਣ ਆਪਾਂ ਧੱਕੇ ਨਾਲ ਆਨਸਰ ਲਾ ਰਹੇ ਵੀ ਕੋਈ ਤਾਂ ਆਊਗਾ, ਜੇ ਨਾ ਵੇ ਪੜਿਆ ਤੁਸੀਂ ਇੱਕ ਚੀਜ਼ ਦਾ ਜਵਾਬ ਦਿਓ। ਆਪਾਂ ਉਧਰ ਇਹ ਪੜਿਆ ਸੀਗਾ ਵੀ ਪਹਿਲਾਂ ਵਾਲੇ ਜਿਹੜੇ ਵਹੀਕਲ ਸੀ ਉਹ ਖਤਰਨਾਕ ਸੀ, ਸ਼ਹਿਰਾਂ ਦੇ ਵਿੱਚ ਅਨਪਲੇਜ਼ੈਂਟ ਆਪਾਂ ਨੂੰ ਜੋ ਵੀ ਹੋ ਰਿਹਾਗਾ XYZ। ਇੱਕ ਚੀਜ਼ ਵੀ ਮੈਨੂੰ ਮੈਚ ਕਰਦੀ ਦਿਖਾ ਦਿਓ ਕਿਸੇ ਨਾਲ, ਪਰ ਆਪਾਂ ਧੱਕੇ ਨਾਲ ਲਾਉਣੀ ਹੈ ਨਾ। प्रॉब्लम यही है बच्चे कि आपां आवरे मार खाने बी पैराग्राफ खाली है क्योंकि एक नाल भी नहीं मैच कर रहा। रीजन यह है लिस्ट ऑफ हैडिंग कदे भी खाली नहीं हुंदा, लिस्ट ऑफ हैडिंग कदे भी खाली नहीं हुंदा। पर याद रखियो मैचिंग दे विच एक अद्धा पैराग्राफ खाली कर दिंदे आ। तां बी हुण जे मन के चलो जिवें एक बच्चे ने कहा 15 मैनू हैबिट वर्ड दिखाओ तो सही कित्थे है। ਹੁਣ ਇੱਕ ਬੱਚੇ ਨੇ ਕਿਹਾ ਸਰ ਹਾਂ ਪਾਸਟ ਤੇ ਪ੍ਰੈਜ਼ੈਂਟ ਦਾ ਕੰਪੈਰੀਜ਼ਨ ਹੋਇਆ, ਕੰਪੈਰੀਜ਼ਨ ਨਹੀਂ ਕਰਿਆ। ਨਾ 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 ਉਹਨਾਂ ਦਾ ਇਹ ਦੱਸਿਆ ਸੀ ਵੀ ਚੱਲ ਆਪਾਂ ਕਹਿੰਦੇ ਵੀ ਪਹਿਲਾਂ ਫਿਊਮ ਘੱਟ ਸੀਗਾ ਹੁਣ ਜ਼ਿਆਦਾ। ਕੰਪੈਰੀਜ਼ਨ ਕੋਈ ਹੋਰ ਚੀਜ਼ ਹੁੰਦੀ ਹੈ, ਕਿਉਂਕਿ ਪਤਾ ਕਿਉਂ ਕਿਸੇ ਆਨਸਰ ਦਾ ਕੰਪੈਰੀਜ਼ਨ ਵੀ ਜਦੋਂ ਆਊਗਾ ਨਾ ਵਿੱਚ, ਜੇ ਮੰਨ ਲਓ ਕੋਈ ਬੱਚਾ ਬਾਈ ਮਿਸਟੇਕ 14ਵਾਂ ਲਿਖ ਗਿਆ, ਨੰਬਰ 1 ਤੇ 14ਵਾਂ ਦਾ ਗਲਤ ਹੋ ਗਿਆ, ਤਾਂ ਜਿਹੜੇ ਦਾ ਆਨਸਰ 14ਵਾਂ ਆਉਣਾ ਸੀ ਉਹ ਵੀ ਗਲਤ ਹੋ ਗਿਆ, ਤਾਂ 2 ਤਾਂ ਗਿਫਟ ਮਿਲ ਗਿਆ ਨਾ। ਆਹੀ ਰੂਲ ਹੈ, ਮੈਚਿੰਗ ਤੁਹਾਨੂੰ ਇਹ ਕਨਫਿਊਜ਼ ਕਰ ਦਿਆ, ਇੱਕ ਵੀ ਅੱਖਰ ਨਹੀਂ ਮੈਚ ਕਰਦਾ। ਮੈਂ ਤੁਹਾਨੂੰ ਇਹ ਵੀ ਸਕਿਪ ਵੀ ਕਰ ਸਕਦਾ ਸੀਗਾ ਜਾਣ ਕੇ ਵੀ ਚਲੋ ਬੀ ਖਾਲੀ ਹੈ, ਪਰ ਮੈਂ ਤੁਹਾਡਾ ਵਿਜ਼ਨ ਇਹ ਕਲੀਅਰ ਕਰਨਾ ਚਾਹੁੰਦਾ, ਤੁਹਾਨੂੰ ਇਹ ਨਾ ਫੀਲ ਹੋਵੇ ਕਿ ਸਾਡਾ ਟ੍ਰੇਨਰ ਸਾਡੇ ਤੇ ਜ਼ੋਰ ਨਹੀਂ ਲਾ ਰਿਹਾ ਆ ਚੀਜ਼ ਦਾ। ਠੀਕ ਆ, ਤਾਂ ਬੀ ਪੈਰਾਗ੍ਰਾਫ ਬਿਲਕੁਲ ਖਾਲੀ ਗਿਆ, ਕਿਉਂਕਿ ਇਹ ਵੀ ਸੁਣ ਲਓ ਜੇ ਨਾ ਆਨਸਰ ਲੱਗੇ ਨਾ ਧੱਕੇ ਨਾਲ ਪੁੱਤਰ ਜੀ ਨਹੀਂ ਲਾਈਦਾ, ਉਹਨੂੰ ਪੈਂਡਿੰਗ 'ਚ ਪਾ ਲਓ, ਪੈਂਡਿੰਗ 'ਚ, ਕਿਉਂਕਿ ਅੱਗੇ ਨਾ ਆ ਜਿਹੜਾ ਹੈਬਿਟ ਜਿਹਨੇ ਬੋਲਿਆ ਸੀ ਇਹਦਾ ਵੀ ਕੋਈ ਆਨਸਰ ਹੈ, ਜਿਹਨੇ ਕੰਪੈਰੀਜ਼ਨ ਬੋਲਿਆ ਸੀ ਇਹਦਾ ਵੀ ਕੋਈ ਆਨਸਰ ਹੈ। श्योरिटी नाल आंसर लावांगे ना। आके देखो जिमें कि मान लो आप पैराग्राफ सी ते आ गए, कहता अंटिल 100 ईयर एगो, 100 ईयर एगो की हो गया पास्ट, 100 साल पहला की गल दसदा। कहता मोस्ट जर्नीज वर इन द 20 किलोमीटर रेंज। 100 साल पहला जे कोई जर्नी होंदी सी ना, लोग इधर उधर जाते सी तां 20 किलोमीटर इधर उधर जाते सीगे। द डिस्टेंस कन्वीनियंटली एक्सेसिबल बाय हॉर्स, जाते काते सी घोड़ियां ते मैनूं एक गल ये लगदी है भी जिहड़े हॉर्स ने ना ये बंदा टिक के नहीं बैठ सकदा। आ गल मनदे हो? मतलब ये रिलैक्स वाला सफर थोड़ी है, बंदा ना बैठा भी मनदे हो गल।
ਤੇ ਕੁਛ ਹੋਵੇ ਨਾਰਮਲ ਖੜਾ ਖੜਾ ਵੀ ਜੇ ਆਪਾਂ ਗੱਡੀ 'ਚ ਵੀ ਜਾਇਆ ਕਰੀਏ ਐਵੇਂ ਜਾਇਆ ਕਰੀਏ ਪਹੁੰਚ ਕੇ ਫਿਰ ਲੁਧਿਆਣੇ ਤਾਂ ਕਹਿੰਦਾ ਪਹਿਲਾਂ ਲੋਕ 20 ਕਿਲੋਮੀਟਰ ਜਾਂਦੇ ਸੀ ਤੇ ਜਾਂਦੇ ਵੀ ਕਾਤੇ ਸੀਗੇ ਹਾਰਸ ਤੇ ਘੋੜਿਆਂ ਤੇ ਹੈਵੀ ਫਰਾਈਟ ਕੁਡ ਓਨਲੀ ਬੀ ਕੈਰੀਡ ਬਾਈ ਵਾਟਰ ਔਰ ਰੇਲ ਜੇ ਕੋਈ ਭਾਰੀ ਸਮਾਨ ਹੁੰਦਾ ਸੀਗਾ ਜਾਂ ਰੇਲ ਗੱਡੀ 'ਚ ਜਾਂਦਾ ਸੀਗਾ ਜਾਂ ਪਾਣੀ 'ਚ ਜਾਂਦਾ ਸੀਗਾ ਸ਼ਿਪ ਨਾਲ ਜਾਂਦਾ ਸੀਗਾ The invention of motor vehicle brought personal mobility to the masses and made rapid freight delivery possible over a much wide area. ਤੁਸੀਂ ਇੱਕ ਚੀਜ਼ ਦੇਖੋ ਇਹਨੇ ਆਹ ਦੱਸਦਾ ਵੀ ਪਾਸਟ ਦੇ ਵਿੱਚ ਐਵੇਂ ਸਮਾਨ ਜਾਂਦਾ ਸੀ 20 ਕਿਲੋਮੀਟਰ ਦਾ ਦਾਇਰਾ ਸੀ ਘੋੜਿਆਂ ਤੇ ਜਾਂਦੇ ਸੀ ਭਾਰੀ ਸਮਾਨ ਜਾਂ ਤਾਂ ਪਾਣੀ ਨਾਲ ਜਾਂਦਾ ਸੀ ਜਾਂ ਰੇਲ ਗੱਡੀ 'ਚ ਜਾਂਦਾ ਸੀ ਇਹ ਕੀ ਹੋ ਗਿਆ ਪਾਸਟ 100 years ago ਆਜੋ ਹੁਣ ਕੀ ਕਹਿੰਦਾ ਟੁਡੇ ਸਮਝ ਆ ਰਹੀ ਹੈ ਨਾ ਕੁਛ ਕਹਿੰਦਾ ਟੁਡੇ ਅਬਾਊਟ 90% ਆਫ ਇਨਲੈਂਡ ਫਰਾਈਟ ਇਨ ਦਾ ਯੂਨਾਈਟਿਡ ਕਿੰਗਡਮ ਇਜ਼ ਕੈਰੀਡ ਬਾਈ ਰੋਡ ਅੱਜ ਕੱਲ ਤਾਂ 90% ਲੋਕ ਜਿਹੜਾ ਸਮਾਨ ਹੈ ਉਹ ਰੋਡ ਦੇ ਦੁਆਰਾ ਜਾਂਦਾ ਹੈ ਕਲੀਅਰਲੀ ਦਾ ਵਰਲਡ ਕੈਨ ਨਾਟ ਰਿਵਰਟ ਟੂ ਦਾ ਹੋਰਸਿਸ ਡਰਾਉਨ ਵੈਗਨ ਹੁਣ ਦੁਬਾਰੇ ਲੋਕ ਘੋੜਿਆਂ ਤੇ ਤਾਂ ਵਾਪਸ ਨਹੀਂ ਆ ਸਕਦੇ ਨਾ ਜੇ ਹੁਣ ਤੁਹਾਨੂੰ ਐ ਕਹੇ ਵੀ ਸੰਗਰੂਰ ਤੋਂ ਆਉਣਾ ਘੋੜੇ ਤੇ ਆਓ ਹਾਏ ਸਰ ਪੁੱਛੋ ਮੰਡੀ ਕਿ ਨਹੀਂ ਮੁੜ ਗਿਆ ਨਾਲੇ ਓਏ ਇਹ ਸੱਚਾਈ ਹੈ ਮੈਂ ਕੁਫਰੀ ਗਿਆ ਕੁਫਰੀ ਇੱਕ ਸਾਈਡ ਤੇ ਖਾਈ ਇੱਕ ਸਾਈਡ ਤੇ ਖੱਚਰ ਜੀ ਨਹੀਂ ਹੁੰਦੇ ਜਿਹੜੇ ਉਹਨਾਂ ਦੇ ਜਾ ਰਿਹਾ ਉਹ ਖਾਈ ਕਣੀ ਨੂੰ ਐ ਜਾਈ ਜਾਵੇ ਉਹ ਮੈਂ ਕਿਹਾ ਮਨਾ ਮੈਂ ਲੋਕਾਂ ਦੀ ਫੀਸ ਲਈ ਹੋਈ ਹੈ ਤੇਰਾ ਕੁਛ ਨਹੀਂ ਹੈਗਾ ਜੇ ਮੜਾ ਵੀ ਪੈਰ ਤਿਲਸ ਗਿਆ ਭਾਵੇਂ ਤੂੰ ਬਚ ਜੇ ਔਰ ਮੇਰਾ ਤਾਂ ਹੱਡ ਨਹੀਂ ਬਚਣਾ ਹੈ ਬੰਦਾ ਦੂਜੇ ਪਾਸੇ ਭਾਰ ਪਾਈ ਜਾਣਾ ਵੀ ਉਰਾਂ ਨੂੰ ਹੋ ਜਾ ਤਾਂ ਕਹਿੰਦਾ ਵੀ ਲੋਕ ਘੋੜਿਆਂ ਤੇ ਵਾਪਸ ਨਹੀਂ ਆ ਸਕਦੇ ਹਾਂ ਜਿਨ੍ਹਾਂ ਨੇ ਸ਼ੌਂਕੀ ਰੱਖੇ ਹੋਏ ਆ ਤਾਂ ਗੱਲ ਹੋ ਰਿਹਾ ਪਰ ਜੇ ਸਾਰੇ ਟਰਾਂਸਪੋਰਟੇਸ਼ਨ ਘੋੜਿਆਂ ਤੇ ਹੋ ਜੇ ਅਮੀਰਾਂ ਕੋਲੇ ਘੋੜੇ ਹੋਣ ਫਿਰ ਮੇਰੇ ਵਰਗਾ ਗਰੀਬ ਖੱਚਰ ਲੈ ਕੇ ਆ ਰਿਹਾ ਹੋਵੇ ਵੀ ਸਰ ਕਾਹਦੇ ਨੇਗੇ ਘੋੜੀਆਂ ਤਬੇਲੇ ਯਾਰ ਹੋਰੀ ਬੇਲੇ और मुड़ के भी प्रॉब्लम है ना चल गड्डी खड़ी है पेट्रोल ढुलता था नहीं समझ रहे हो ना फिर मैंने 2 सफाई कर्मचारी रखने पैणगे चलो आ जाओ कहता कैन इट अवॉइड बीइंग लॉक्ड इनटू कंजेस्टेड एंड पोल्यूटिंग वेज ऑफ ट्रांसपोर्टिंग पीपल और गुड्स हुण ध्यान नाल सुनो आपां नूं सारे नूं पता लग गया भी पहला की हुंदा सी ਤੇ ਹੁਣ ਕੀ ਹੈ ਡਨ ਤੇ ਆਹ ਗੱਲ ਤੁਸੀਂ ਇੱਕ ਵਾਰ ਦਿਮਾਗ ਨਾਲ ਸੋਚੋ ਕੋਈ ਸਿਟੀ ਡਿਵੈਲਪਮੈਂਟ ਦੀ ਆਪਾਂ ਨੇ ਗੱਲ ਨਹੀਂ ਕਰੀ ਸ਼ੋਰ ਹੈ ਕਿ ਆਪਣਾ ਸਿਟੀ ਡਿਵੈਲਪਮੈਂਟ ਆਨਸਰ ਨਹੀਂ ਹੈਗਾ ਡਨ ਆਪਾਂ ਇਹ ਹੋ ਗਿਆ ਰਾਈਟਰ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈਗੀ ਫਿਊਚਰ ਨੂੰ ਲੈ ਕੇ ਕੋਈ ਮੈਰਿਟ ਸੇ ਕਾਰ ਪਬਲਿਕ ਟਰਾਂਸਪੋਰਟ ਨਹੀਂ ਹੈਗਾ ਕੋਈ ਕੰਟਰੀਬਿਊਸ਼ਨ ਨਹੀਂ ਆ ਸੰਤੁਸ਼ਟੀ ਹੋਈ ਦੇਖੋ ਕੰਪੈਰੀਜ਼ਨ ਦੇਖ ਕੇ ਹੁਣ ਪ੍ਰੋਬਲਮ ਇਹ ਹੈ ਨਾ ਜੇ ਕਿਤੇ ਗਲਤੀ ਨਾਲ ਬੀ ਦਾ ਤੁਸੀਂ ਆਹ ਲਾ ਲਾਂਦੇ 14ਵਾਂ ਵਾਲਾ ਫਿਰ ਨਾਲੇ ਤਾਂ ਆ ਵੀ ਗਲਤ ਜਾਂਦਾ ਪੁੱਤ ਨਾਲੇ ਉਹ ਵੀ ਗਲਤ ਜਾਂਦਾ ਕਿਹਨੂੰ ਦੱਸਾਂ ਕਿਹਨੂੰ ਪੁੱਛਾਂ ਘਰੇ ਆ ਕੇ ਦੇਖੀਆਂ ਬਹੂ ਦੇ ਮੁੱਛਾਂ ਹੈ ਨਾ ਤਾਂ ਮਤਲਬ ਉਹ ਬਹੁਤ ਚਲੋ ਆ ਜਾਓ ਖੁਸ਼ ਰਿਹਾ ਕਰੋ ਪੜਿਆ ਕਰੋ ਬਸ ਸੋਨੀ ਵੀ ਖੁਸ਼ ਹੈ ਵੈਰੀ ਗੁੱਡ ਕੋਈ ਸੋਨੀ ਨੂੰ ਪੁੱਛੋ ਵੀ ਕੱਲੂ ਕਿੱਥੇ ਜਾ ਰਿਹਾ ਹੈ ਸੋਨੀ नहीं मैं तो सही सलामत जा रहा मैं तो ज़्यादा तो भी सही सलामत रहा बहुत भगत बंदा है चलो जी आ चीज़ ਨੂੰ ਵੀਡੀਓ 'ਚ ਬਿਲਕੁਲ ਕੱਟ ਦਿੱਤਾ ਜਾਵੇ ਕਿਤੇ ਮੈਂ ਅੱਜ ਅਪਲੋਡ ਕਰਦਾ ਮੁੜ ਕੇ ਸੋਨੀ ਤੋਂ ਕੋਈ ਗੁੱਸੇ ਹੋ ਜੇ ਮਿਲੇ ਵੀ ਨਾ ਚਲੋ ਜੀ ਆ ਜਾਓ ਸੋਨੀ ਖੁਸ਼ ਰਿਹਾ ਕਰੋ ਕਹਿੰਦਾ ਇਨ ਯੂਰਪ most cities are still designed for the old modes of transport ਕਹਿੰਦਾ ਯੂਰਪ ਦੇ ਵਿੱਚ ਅੱਜ ਵੀ ਬਹੁਤ ਸ਼ਹਿਰ ਜਿਵੇਂ ਪੁਰਾਣੇ ਮੋਡਸ ਹੁੰਦੇ ਨਾ ਉਸ ਤਰੀਕੇ ਦੇ ਨਾਲ ਉਹ ਬਣਾਏ ਗਏ ਨੇ ਕਹਿੰਦਾ adaptation to the motor car has involved adding a ring road one way system and parking lots ਪਰ ਧਿਆਨ ਨਾਲ ਦੇਖੋ ਜਿਹੜਾ ਅਡੈਪਟੇਸ਼ਨ ਹੋ ਗਈ ਨਾ ਮੋਟਰ ਕਾਰ ਆ ਗਈ ਤਾਂ ਉਹਦੇ ਕਰਕੇ ਪਤਾ ਕੀ ਕੀ ਬਣ ਗਿਆ ਸ਼ਹਿਰਾਂ ਦੇ ਵਿੱਚ ਰਿੰਗ ਰੋਡ ਬਣ ਗਏ ਦੂਜੀ ਗੱਲ ਵਨ ਵੇ ਸਿਸਟਮ ਬਣ ਗਿਆ ਤੇ ਪਾਰਕਿੰਗ ਦੇ ਲੋਟਸ ਬਣ ਗਏ ਸ਼ਹਿਰਾਂ ਦੇ ਵਿੱਚ ਕੁਝ ਬਣ ਗਿਆ ਸ਼ਹਿਰਾਂ ਦੇ ਵਿੱਚ ਬਣ ਗਿਆ ਕਹਿੰਦਾ in the United States more land is assigned to car use than housing United States ਦੇ ਵਿੱਚ ਲੋਕ ਨਾ
ਕਾਰ ਯੂਜ਼ਲੀ ਜ਼ਿਆਦਾ ਜਗ੍ਹਾ ਛੱਡਦੇ ਆ ਪੁੱਤ ਤੇ ਆਪਦੇ ਰਹਿਣ ਲਈ ਘੱਟ, ਕਿਉਂਕਿ ਅਰਬਨ ਸਪਰੋਲ ਮੀਨਸ ਦੈਟ ਲਾਈਫ ਵਿਦਆਊਟ ਕਾਰ ਇਜ਼ ਨੈਕਸਟ ਟੂ ਇੰਪੋਸੀਬਲ। ਕਾਰ ਤੋਂ ਬਿਨਾਂ ਤਾਂ ਜ਼ਿੰਦਗੀ ਨਹੀਂ ਹੈਗੀ ਕਹਿੰਦੇ। ਮਾਸ ਯੂਜ਼ ਆਫ ਮੋਟਰ ਵਹੀਕਲ ਹੈਜ਼ ਆਲਸੋ ਕਿਲਡ ਔਰ ਇੰਜਰਡ ਮਿਲੀਅਨਸ ਆਫ ਪੀਪਲ। ਅਦਰ ਸੋਸ਼ਲ ਇਫੈਕਟ ਹੈਵ ਬੀਨ ਬਲੇਮਡ ਔਨ ਦ ਕਾਰ ਸਚ ਐਜ਼ ਐਲੀਏਸ਼ਨ ਐਂਡ ਅਗਰੈਸਿਵ ਹਿਊਮਨ ਬਿਹੇਵੀਅਰ। ਹੁਣ ਬੜੇ ਲੋਕਾਂ ਨੂੰ ਬਿਹੇਵੀਅਰ ਤੋਂ ਹੈਬਿਟ ਲੱਗਦਾ ਹੋਊਗਾ, ਨਾ ਹੈਬਿਟ ਨਹੀਂ ਆਂਦਾ। ਸੁਣੋ, देखो बच्चे 14 हो गया। हाउ ड्राइविंग हैबिट्स कंट्रीब्यूट द रोड प्रॉब्लम। देखो रोड प्रॉब्लम की कोई गल नहीं दसी मैंने, मनो मेरी गल, ठीक है। ते मैरिट्स ऑफ कार ते पब्लिक ट्रांसपोर्ट की भी कोई गल नहीं करी। राइटर की कोई फ्यूचर की प्रेडिक्शन भी नहीं करी। द इंपैक्ट ऑफ द कार ऑन ओए तुसी देखिया सिटी डिवेलपमेंट हुई, रिंग रोड बन गए, पार्किंग लॉट्स बन गए, वन वे सिस्टम बन गया। ਜਦੋਂ ਸ਼ਹਿਰਾਂ ਦੇ ਵਿੱਚ ਆ ਚੀਜ਼ਾਂ ਹੁੰਦੀਆਂ ਨੇ ਤਾਂ ਏਸੀ ਨੂੰ ਤਾਂ ਡਿਵੈਲਪਮੈਂਟ ਕਹਿੰਦੇ ਨੇਗੇ। ਤਾਂ ਐਕੂਰੇਟ ਆਨਸਰ ਕੀ ਆ ਗਿਆ? 19 ਦਾ ਆਨਸਰ ਹੈ ਡੀ। 19 ਦਾ ਆਨਸਰ ਹੈ ਡੀ। ਹੁਣ ਤੱਕ ਆਪਾਂ ਇਹ ਦੇਖ ਸਕਦੇ ਹਾਂ, ਦੇਖੋ ਆਪਣਾ ਸਭ ਤੋਂ ਪਹਿਲਾਂ ਏ ਆਨਸਰ ਸੀਗਾ 18ਵੇਂ ਦਾ, ਡੀ ਤੇ ਸੀ, ਬੀ ਬੰਦ ਹੈ। ਹੁਣ ਆਪਣੇ ਕੋਲੇ ਇਹ ਵੀ ਰਹਿ ਗਿਆ ਵੀ ਕਿਤੇ ਨਾ ਕਿਤੇ ਨਾ ਆਪਣੇ ਦਿਮਾਗ 'ਚ ਇਹ ਵੀ ਹੈ ਕਿ ਕੋਈ ਡਰਾਈਵਿੰਗ ਦੀ ਹੈਬਿਟ ਦੀ ਗੱਲ ਹੋਵੇ, ਕੋਈ ਮੈਰਿਟਸ ਪਤਾ ਲੱਗਣ ਪਬਲਿਕ ਟਰਾਂਸਪੋਰਟ ਦੇ ਕਾਰ ਦੇ, ਜਾਂ ਕੋਈ ਪ੍ਰੈਡਿਕਸ਼ਨ ਹੋਵੇ ਫਿਊਚਰ ਦੀ ਰਾਈਟਰ ਦੁਆਰਾ। 3 ਰਹਿ ਗਏ। ਉਹ ਆ ਜਾਓ, ਕੋਈ ਨਾ ਆਪਾਂ ਗਾਹ ਪਾ ਦਾਂਗੇ ਜਦੋਂ ਤੱਕ ਤੁਸੀਂ ਮੇਰੇ ਨਾਲ ਹੋ ਨਾ। ਇਹ ਈ ਹੈ, ਇਹ ਹੈ। A 1993 study by the European Federation for Transport and Environment found that car transport is 7 times as costly as rail travel in terms of external social cost. It entails such as congestion, accidents, pollution, loss of cropland and natural habitats, depletion of oil resources and so on. कार यूज करनी हो भी पर्सनल 7 गुणा महंगी पैंदी है जिन्नी रेल गड्डी तो। रेल गड्डी तो 7 गुणा महंगी पैंदी है अपनी पर्सनल कार रखनी। पहली गल होर कहना कार रखने का नुकसान की है? ट्रैफिक कंजैशन है, भीड़, मानते होगे। दूजी गल एक्सीडेंट, पॉल्यूशन, क्रॉपलैंड का लॉस। पता क्यों? भी रोड लंघना है, जमीन चो ही रोड लंघूगा, सॉरी पुत्र, जमीन चो रोड लंघूगा तो आपको ये पता है भी क्रॉपलैंड रस्ता बनाने पुत्र, ठीक है। नैचुरल हैबिटेंट्स का डिप्लीशन ऑफ ऑयल, सारा कुछ। मतलब कार रखनी बहुत महंगी है, कार रखनी बहुत महंगी है। 7 गुणा महंगी है किहदे नालों? रेल गड्डी नालों 7 गुणा महंगी है। होर कार रखने के जिहड़े नुकसान ने, पोल्यूशन, एक्सीडेंट, ट्रैफिक, ऑयल रिसोर्स, सब कुछ वो दसदा। कहना येट कार्स ईजिली सरपास ट्रेन्स और बसिस एज फ्लैक्सीबल एंड कन्वीनियंट मोड ऑफ पर्सनल ट्रांसपोर्ट। फिर भी इन्हें बसिस नूं ते अपनी टैक्सीज नूं जां किसी ने ट्रेन्स नूं पिछे छड्डता। चाहे किसी नूं लख महंगा पैंदा है, वो फिर भी एक गल पता की कहंदे ने, यार फ्लैक्सीबल पता किन्ना हैगा, किते मर्जी जाओ किते मर्जी आओ, कन्वीनियंट टाइम की कोई वो नहीं हैगी। हुण जिहड़ी बस है वो तुहानूं बस स्टैंड छड्ड के आऊगी, थोड़ी मासी दे घर दे के थोड़ी तारूगी। पर्सनल व्हीकल दी आ मौज है, जिथे मर्जी वग जाओ। तो कहता उपर उन्हें की दस्सिया भी कार का नुकसान की है, कार का नुकसान दस्सिया ना भी खर्चा इन्ने नुकसान। फिर नीचे उन्हें कहता भी फिर भी लोग अपनी कार तां रखते ने, फ्लैक्सीबल है, कन्वीनियंट मोड है। यार आपदी देखो मेरी गल सुनो, मैं आपदी ब्रेजा मेरी फैमिली कार है, ब्रेजा मेरी फैमिली कार का मतलब पता की है? वो मेरी फैमिली जाती है। स्कॉर्पियो मेरी पर्सनल है, वो मेरा एक बैग है बहुत बड़ा। मेरे बैग के घट्टो घट्ट 4-5 ब्रश पे ने, टूथपेस्ट पिया, टंग क्लीनर पिया, सोप पई है, टावल्स पे ने, मेरे 5-7 कपड़े पे ने। वो पर्सनल व्हीकल है ना, वो तां पे ने भी की पता है कित्थे मैं जाके कित्थे रह जा, आवां ना आवां, जो कुछ भी हैगा वो पर्सनल। हुण मैं बस दे विच थोड़ियां रख सकदा, कार दे विच मैं अपनी मर्जी नाल जदों मर्जी जिथे मर्जी आवां, आपदी मर्जी नाल गाने सुना, जो मर्जी करा। मैं कहना महंगा जरूर पैंदा है,
पर मैं फ्लैक्सीबल तो हैगा, अपनी मर्जी नाल आउना जाना किते मर्जी, ठीक है ना। उपर एक नुकसान दसता कार दा ते नीचे उन्होंने फायदा भी दसता कार दा, ठीक है। कहना इट इज अनरियलिस्टिक टू एक्सपैक्ट पीपल टू गिव अप प्राइवेट कार्स इन फेवर ऑफ मास ट्रांसिट। कहना ये तो गल अनरियलिस्टिक है, ये सोच भी नहीं सकते भी लोग अपनियां पर्सनल कार्स नूं छड्ड देणगे ते पब्लिक ट्रांसपोर्ट च जाना शुरू कर देणगे। तो तुहानूं सारिआं नूं आंसर खड़किया किसी दे दिमाग च? तुसीं आराम नाल देखो, देखो 19 नहीं आ सकता, हो गया 18 भी हो गया। राइटर ने कोई प्रेडिक्शन नहीं करी फ्यूचर दी। द रिलेटिव मेरिट्स ऑफ कार्स एंड पब्लिक ट्रांसपोर्ट 16 आंसर है। देखो रिलेटिव मेरिट्स ऑफ कार्स, कार दे फायदे की दसते, फ्लैक्सीबल है, कन्वीनियंट है, कदों मर्जी आओ जाओ, आप अपने व्हीकल च जो मर्जी बैठिए ना बैठिए, किसी की वेट नहीं करनी। ते पब्लिक ट्रांसपोर्ट का फायदा भी अपने दसता ना, सस्ता चीप है, रेल गड्डी कार तो सस्ती पैंदी है। ते तुसीं होर देखो कोई हैबिट की गल नहीं करी ते उपरला हो गया। हुण अपने कोले ये भी क्लीयर है कि अपने कोले 2 क्वेश्चन रह गए, एक रह गया ड्राइविंग हैबिट्स वाला ते एक रह गया अपना राइटर का प्रेडिक्शन। हुण अपने 2 क्वेश्चन ने, ई हो गया ना, ओहो अच्छा समझ गए ना। नैया उरे भी की है, हुण अपना की है FGH, इन्हां चों एक पैरा तो खाली जाऊगा ही जाऊगा, ते एक पैरे च कोई हैबिट वाली गल भी करी होगी, ते एक पैरे च कोई राइटर की प्रेडिक्शन भी करी होगी, ते एक खाली भी होगा। तो आओ आप वेखने आ, लुक आप पढ़िए, F पढ़ लिए। कहता टेक्निकल सोल्यूशन कैन रिड्यूस द पोल्यूशन प्रॉब्लम एंड इनक्रीज द फ्यूल एफिशिएंसी ऑफ इंजन्स। वो कहना भी जो टेक्निकल सोल्यूशन देखिए ना तो आप पोल्यूशन की प्रॉब्लम नूं घटा सकते हैं, बट फ्यूल कंजप्शन एंड एग्जॉस्ट एमिशन डिपेंड ऑन विच कार्स आर प्रेफर्ड बाय कस्टमर। कहता फ्यूल भी तो एवें है ना, उस तरीके नाल मचूगा भी केड़ी कार बंदा चला रहेगा। फॉर्चूनर चलाओगे तो 8 की एवरेज मिलूगी, ब्रेजा चलाओगे तो 20 की मिलूगी, नैनो चलाओगे वह कोई पता नहीं किन्ने दे। मेरा दोस्त एक और बाइक और नैना दी भी नैनो लै गया, पहाड़ी ते चाड़ी पुट्ठी रुड़े, उन्हें हैंड ब्रेक भी लाई तां भी नहीं रुकी, कहना उतर के 2 बंदे ने सहारा लाया फिर रुकी। तो कहता भी जिहड़ी ये डिपेंड करता है भी व्हीकल केड़ा चला रहे हो, कस्टमर केड़ा व्हीकल चला रहा है, एंड हाउ दे आर ड्रिवन। आ गल समझते हो, हाउ दे आर ड्रिवन, उसकी चलाई कही जी है। आप कहने ना भी एवरेज किन्ने दी दिंदा है, अगला कहना भी जे तो यार गड्डी ने तुसीं जिवें आपां कहना पंजाबी कहना रेंग के चलाउणी है, रंगिआओगे, वो की एवरेज देगी, कुछ भी नहीं देंदे। कोई तरीके नाल चलाओगे तो बहुत अच्छी गल है। तो कहता व्हीकल चो पोल्यूशन निकलदा है, व्हीकल चो पोल्यूशन निकलदा है, पर कहता ये भी तो देखा जाऊगा भी कस्टमर किहड़ी कार नूं चलाउणा पसंद करदा है, कस्टमर किहड़ी कार नूं किस तरीके नाल भी चलाउंदा है, ये चीज़ां मैटर नहीं। कहना मैनी पीपल बाय लार्जर कार्स एंड देन दे नीड फॉर डेली परपज और वेस्ट फ्यूल बाय ड्राइविंग अग्रैसिवली। कई लोग होंदे ने वड्डियां कारां लै लैंदे ने, फिर डेली उन्होंने तेल का खर्चा सारा कुछ खर्चे होंदे नेगे। किसी को ब्रेजा होंदी है फिर भी वो स्कॉर्पियो को नहीं झाक पांदेगा, उतो अग्रैसिवली चलाउंदेगा। बिसाइड्स द ग्लोबल कार इज इंक्रीजिंग एट अ फास्टर रेट देन द इंप्रूवमेंट इन एमिशन एंड फ्यूल एफिशिएंसी विच टेक्नोलॉजी इज नाउ मेकिंग पॉसीबल। कहना डिपेंड करता है भी लोग कही जी कार चलाना पसंद कर रहे हैं, किवें ड्राइव करते हैं। वड्डियां कारां लेंदे, कमरे जिड्डियां जिड्डियां कारां, सुनिया लाइन किते। चलो आ जाओ, आपां तुहानूं लगदा भी इन्हां दोनां चों कोई आंसर तुहानूं खड़क रहा है। देखो राइटर का प्रेडिक्शन तो है ही नहीं, तुसीं ये देख लो भी हाउ तुहानूं लगदा 15 किन्नियां नूं लगदा है। एक मिनट देखा, ऐ करो, एक मिनट रुको, रेजर करियो। मतलब लगता किन्नियां नूं? 1 2 3 4 5 जणिਆਂ ਨੂੰ लग रहा, 7 ਨੂੰ लगता है, बाकी ਨੂੰ नहीं लग रहा। आप एक काम करते हैं, आप जी पढ़ लेने, आप जी पढ़ लेने, क्लीयर हो जाऊगा। चलो थोड़ी हैल्प दे ली रमन शर्मा हमेशा तत्पर रहंदे ने। वाओ, one solution that has been put forward in a long term solution of designing cities and neighborhoods so that car journey are not necessary
all essential service being located within a walking distance or easily accessible public transport। ਉਹ ਕਹਿੰਦਾ ਵੀ ਇੱਕ ਸੋਲੂਸ਼ਨ ਕਰਿਆ ਜਾ ਸਕਦਾ ਹੈਗਾ, ਆਉਣ ਵਾਲੇ ਟਾਈਮ 'ਚ ਕਾਰ ਨੂੰ ਚਲਾਉਣ ਦੀ ਲੋੜ ਹੀ ਨਾ ਪਵੇ, ਸਾਰੀਆਂ ਚੀਜ਼ਾਂ ਬੰਦੇ ਦੇ ਨੇੜੇ ਤੇੜੇ ਰਹਿਣ, ਡਿਸਟੈਂਸ ਜ਼ਿਆਦਾ ਨਾ ਹੋਵੇ। Not only would this save energy and cut carbon dioxide emission, it would also enhance the quality of community life, putting the emphasis on people instead of cars। Good local government is already bringing this about in some places, but few democratic communities are blessed with the vision capital make profound changes। ਤੁਸੀਂ ਇਹ ਦੇਖੋ, ਇਹ 'ਚ ਹੈਬਿਟ ਦੀ ਤਾਂ ਕੋਈ ਗੱਲ ਨਹੀਂ ਕਰੀ, ਆਹ ਤਾਂ ਗੱਲ ਸ਼ੋਰ ਹੈ। ਦੇਖੋ ਹੈਬਿਟ ਵਰਡ ਦੀ ਕੋਈ ਗੱਲ ਨਹੀਂ ਕਰੀ, ਤੇ ਕਰਿਆ 'ਚ ਕੋਈ ਫਿਊਚਰ ਪਲੈਨਿੰਗ ਵੀ ਨਹੀਂ ਕਰੀਏ, 'ਚ ਸਾਜ ਕੋਈ ਫਿਊਚਰ ਪਲੈਨਿੰਗ ਵੀ ਨਹੀਂ ਹੈਗੀ। ਤਾਂ ਮੈਂ 100% ਇੱਕ ਚੀਜ਼ ਨਾਲ ਸ਼ੋਰ ਹੋ ਗਿਆ, ਜੀ ਤਾਂ ਖਾਲੀ ਹੈ। ਹੁਣ ਕੀ ਹੈ, ਐਫ ਤੇ ਐਚ ਆਨਸਰ ਆਉਣਗੇ, ਪਰ ਐਫ ਤੇ ਐਚ ਨੂੰ ਵੀ ਮੈਂ ਉਹ ਕਲੀਅਰ ਕਰ ਲਾਂ ਵੀ ਹੈਬਿਟ ਵਾਲਾ ਕਿਹੜਾ ਤੇ ਫਿਊਚਰ ਵਾਲਾ ਕਿਹੜਾ। ਜੇ ਮੰਨ ਲਓ ਐਚ ਪੈਰਾਗ੍ਰਾਫ 'ਚ ਫਿਊਚਰ ਦੀ ਗੱਲ ਕਰੀ ਹੋਊਗੀ ਤਾਂ ਸ਼ੋਰ ਹੋ ਗਿਆ ਕਿ ਆਪਣਾ ਐਫ ਉਹ ਹੈਬਿਟ ਵਾਲਾ ਹੈ ਵੀ ਡਰਾਈਵਿੰਗ ਅਗਰੈਸਿਵਲੀ ਵੀ ਤਾਂ ਹੈਗਾ ਸੀ, ਵੀ ਕਿਵੇਂ ਅਗਰੈਸਿਵਲੀ ਚਲਾਉਂਦੇ ਨੇ, ਕਿਵੇਂ ਆਦਤਾਂ ਕਿਵੇਂ ਨੇ। ਤਾਂ ਐਕੂਰੇਟ ਕੀ ਹੈ, ਮੈਂ ਆਨਸਰ ਬੋਲਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਐਚ ਪੜ੍ਹਾ ਦਾਂ। ਕਹਿੰਦਾ ਮੋਰ ਲਾਈਕਲੀ ਸਿਨੈਰੀਓ ਸੀਮਸ ਟੂ ਬੀ ਆ ਕੰਬੀਨੇਸ਼ਨ ਆਫ ਮਾਸ ਟ੍ਰਾਂਸਿਟ system for travel into around cities with small low emission cars for urban use and larger hybrid of lean burn cars for use elsewhere। ਉਹ ਕਹਿੰਦਾ ਘੱਟ ਧੂਏ ਵਾਲੀਆਂ ਕਾਰਾਂ ਤੇ ਹਾਈਬ੍ਰਿਡ ਕਾਰਾਂ ਉਹ ਨੇ ਜਿਹੜੀਆਂ ਚਾਰਜ ਹੁੰਦੀਆਂ ਨੇ, ਉਹ ਕਾਰਾਂ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਆਉਣਗੀਆਂ। ਇਲੈਕਟ੍ਰੋਨਿਕਲੀ ਟੋਲਡ ਹਾਈਵੇਜ਼ might be used to ensure that driver pay charges geared to actual road use। ਇਲੈਕਟ੍ਰੋਨਿਕਲੀ ਟੋਲ ਟੈਕਸ ਦੇ ਉੱਤੇ ਜਿਹੜਾ ਉਹ ਲੱਗ ਜਾਂਦਾ ਹੈ, ਕੀ ਹੁੰਦਾ ਉਹ ਫਾਸਟ ਟਰੈਕ। ਉਹਦੇ ਨਾਲ ਕੀ ਹੈ, ਕਹਿੰਦਾ ਇਲੈਕਟ੍ਰੋਨਿਕਲੀ ਟੈਗਡ ਹੈ ਵੀ ਜਿਹੜਾ ਡਰਾਈਵਰ ਹੈ ਉਹਨੇ ਰੋਡ ਟੈਕਸ ਪੇ ਕਰਿਆ ਕਿ ਨਾ ਕਰਿਆ, ਇਹ ਵੀ ਕਹਿੰਦਾ ਆਉਣ ਵਾਲੇ ਟਾਈਮ ਦੇ ਵਿੱਚ ਲੱਗ ਜਾਊਗਾ। ਬੈਟਰ ਇੰਟੀਗ੍ਰੇਸ਼ਨ ਆਫ ਟਰਾਂਸਪੋਰਟ ਸਿਸਟਮ ਇਜ਼ ਆਲਸੋ ਹਾਈਲੀ ਡਿਜ਼ਾਇਰੇਬਲ ਐਂਡ ਮੇਡ ਮੋਰ ਫੀਸੀਬਲ ਬਾਈ ਮਾਡਰਨ ਕੰਪਿਊਟਰ। ਸਾਰਾ ਸਿਸਟਮ ਕੰਪਿਊਟਰ ਨਾਲ ਜੁੜ ਜਾਊਗਾ, ਬਟ these are solution for countries which can afford them। ਇਹ ਉਹ ਕੰਟਰੀਜ਼ ਲਈ ਹੋਊਗਾ ਜਿਹੜੀਆਂ ਅਫੋਰਡ ਕਰਦੀਆਂ ਨੇ। ਜਿਹੜੀ ਕੰਟਰੀ ਵਿਚਾਰੀ ਆਪ ਭੁੱਖੀ ਮਰਦੀ ਹੈ ਉਹ ਇਹੋ ਜਿਹੇ ਸਿਸਟਮ ਕਿੱਥੋਂ ਲਿਆਊਗੀ। ਕਹਿੰਦਾ in most developing countries old cars and old technologies contribution is predominate। ਫਿਰ ਜਿੱਥੇ ਵਿਚਾਰੇ ਮਰ ਰਹੇ ਨੇਗੇ, ਕੁਛ ਖਾਣ ਨੂੰ ਨਹੀਂ ਕੁਛ ਪੀਣ ਨੂੰ ਨਹੀਂ, ਫਿਰ ਉਹ ਪੁਰਾਣੀ ਟੈਕਨੋਲੋਜੀ ਨਾਲੇ ਚੱਲੀ ਜਾਣਗੇ। ਕਹਿੰਦਾ ਜੇ ਨਵੀਂ ਟੈਕਨੋਲੋਜੀ ਜਿਵੇਂ ਟੋਲ ਪਲਾਜ਼ੇ ਨੇ ਉਹ ਇਲੈਕਟ੍ਰੋਨਿਕਲੀ ਕਰ ਦੇਣ, ਜਿਹੜੀਆਂ ਕਾਰਸ ਨੇ ਉਹ ਲੋ ਐਮਿਸ਼ਨ ਵਾਲੀਆਂ ਹਾਈਬ੍ਰਿਡ ਕਰ ਦੇਣ, ਚਾਰਜ ਹੋਣ ਵਾਲੀਆਂ ਕਰ ਦੇਣ, ਪਰ ਇਹ ਉਹੀ ਕਰਨਗੇ ਵੀ ਜਿੱਥੇ ਜਿਹੜੇ ਅਫੋਰਡ ਕਰਦੇ ਹੋਣਗੇ। ਤੁਸੀਂ ਆ ਦੇਖੋ ਰਾਈਟਰ ਦੀ ਔਨ ਪ੍ਰੈਡਿਕਸ਼ਨ ਆਫ ਫਿਊਚਰ ਸੋਲਿਊਸ਼ਨ। ਹੁਣ ਫਿਊਚਰ ਸੋਲਿਊਸ਼ਨ 'ਚ ਉਹਨੇ ਕੀ ਦੇਖਿਆ, ਹਾਈਬ੍ਰਿਡ ਕਾਰਸ, ਲੋ ਐਮਿਸ਼ਨਸ, ਟੋਲ ਪਲਾਜ਼ੇ ਜੋ ਵੀ ਹੈ। ਤਾਂ ਐਕੂਰੇਟ ਕੀ ਹੋ ਗਿਆ, ਆਨਸਰ ਆ ਗਿਆ ਜਿਹੜਾ 18 ਹੈ ਉਹਦਾ ਆ ਗਿਆ, ਸੌਰੀ 17 ਆ ਗਿਆ ਐਚ। ਪਰ ਇਹ ਵੀ ਗੱਲ ਯਾਦ ਰੱਖਿਓ ਜਿਹੜਾ ਆ ਗਿਆ 15 ਦਾ ਆ ਗਿਆ ਐਫ, 15 ਦਾ ਆ ਗਿਆ ਐਫ। ਹੁਣ ਐਕੂਰੇਟ ਆਨਸਰ ਆਪਣੇ ਕੋਲੇ ਜਿਹੜੇ ਨੇ ਤੁਸੀਂ ਇੱਕ ਵਾਰ ਦੇਖ ਲਓ, ਸੁਣੋ। ਕੰਪੈਰੀਜ਼ਨ ਆਫ ਪਾਸਟ ਤੇ ਪ੍ਰੈਜ਼ੈਂਟ ਦਾ ਸੀ ਦੇਖਿਆ ਸੀ, ਉਹ 100 ਈਅਰ ਪਹਿਲਾਂ ਤੇ ਟੂਡੇ ਦੀ ਗੱਲ ਕਰੀ ਸੀ ਆਪਾਂ ਨੇ ਵੀ ਪਹਿਲਾਂ ਟਰਾਂਸਪੋਰਟ ਐਵੇਂ ਹੁੰਦਾ ਸੀ, ਅੱਜ ਰੋਡ ਤੋਂ ਹੁੰਦਾ ਹੈ। ਡਰਾਈਵਿੰਗ ਹੈਬਿਟਸ ਕੰਟਰੀਬਿਊਟ ਦਾ ਰੋਡ ਪ੍ਰੋਬਲਮ। ਵੱਡੀਆਂ ਕਾਰਾਂ ਲੈ ਲੈਂਦੇ ਨੇ, ਅਗਰੈਸਿਵਲੀ ਚਲਾਉਂਦੇ ਨੇ, ਕਿਹੜੇ ਤਰੀਕੇ ਨਾਲ ਚਲਾਉਂਦੇ ਨੇਗੇ, ਕੱਲਾ ਕਨਸੈਪਟ ਉਸ ਚੀਜ਼ ਦਾ ਕਲੀਅਰ ਕਰਿਆ। ਮੈਰਿਟਸ ਆਫ ਕਾਰਸ ਐਂਡ ਪਬਲਿਕ ਟਰਾਂਸਪੋਰਟ ਦੇਖਿਆ ਆਪਾਂ ਨੇ, ਉਹ 'ਚ ਕੀ ਸੀਗਾ ਕਿ ਪਬਲਿਕ ਟਰਾਂਸਪੋਰਟ ਹੈ ਉਹ ਸਸਤਾ ਹੈਗਾ, ਪਰ ਜਿਹੜਾ ਆਪਦੀਆਂ ਕਾਰਾਂ ਨੇਗੀਆਂ ਉਹਦਾ ਵੀ ਤਾਂ ਫਾਇਦਾ ਦੇਖਿਆ ਸੀ ਆਪਾਂ ਨੇ, ਠੀਕ ਹੈ ਨਾ। ਕਹਿੰਦੇ ਜੀ ਕਨਵੀਨੀਅੰਟ ਹੈ, ਫਲੈਕਸੀਬਲ ਹੈ। ਰਾਈਟਰ ਦਾ ਪ੍ਰੈਡਿਕਸ਼ਨ ਦੇਖਿਆ, ਲੋ ਐਮਿਸ਼ਨਸ ਕਾਰ ਮਿਲਣਾ, ਹਾਈਬ੍ਰਿਡ ਕਾਰਸ ਮਿਲ ਜਾਣ, ਟੋਲ ਪਲਾਜ਼ੇ ਤੇ ਜਿਹੜਾ ਇਲੈਕਟ੍ਰੋਨਿਕਲੀ ਟੈਗਡ ਹੋ ਜਾਣ, ਠੀਕ ਆ। ਇਨਕਰੀਜ਼ਿੰਗ 700 ਮਿਲੀਅਨ, 40 ਮਿਲੀਅਨ, 8 ਕਿਲੋਮੀਟਰ, 25 ਕਿਲੋਮੀਟਰ ਆ ਪੜਿਆ ਸੀ। ਸਿਟੀ ਡਿਵੈਲਪਮੈਂਟ, ਰਿੰਗ ਰੋਡ ਬਣ ਗਏ, ਸਿਟੀ ਰੋਡ ਬਣ ਗਏ, ਕੱਲਾ ਕਨਸੈਪਟ ਆਪਾਂ ਨੇ। ਪਾਰਕਿੰਗ ਦੇ ਲੋਟਸ ਬਣ ਗਏ। ਤੁਸੀਂ ਇਹ ਦੇਖੋ ਕਿ ਇੱਕ ਦੋ ਪੈਰਾਗ੍ਰਾਫ ਵਿੱਚ ਖਾਲੀ ਸੀਗੇ, ਕਿਹੜੇ ਜੀ ਤੇ ਬੀ ਪੈਰਾਗ੍ਰਾਫ ਖਾਲੀ ਸੀ, ਬਾਕੀ ਸਾਰੇ ਪੈਰਾਗ੍ਰਾਫ ਨਾਲ ਐਕੂਰੇਟ। ਲਾਈਟ ਆਨ ਕਰਿਓ ਡੀਅਰ, ਫੈਨ ਆਫ ਕਰ। ਸੋ एवरीवन
ਅੱਜ ਆਪਾਂ ਜੋ ਰੀਡਿੰਗ ਕੀਤਾ ਇਹ ਸੀਗਾ ਮੈਚਿੰਗ। ਦੋ ਪੈਰਾਗ੍ਰਾਫ ਆਪਣੇ ਇਹ 'ਚ ਕੀ ਸੀਗੇ, ਆਪਾਂ ਖਾਲੀ ਗਏ ਬੀ ਤੇ ਜੀ। ਧੱਕੇ ਨਾਲ ਕਿਸੇ ਵੀ ਬੱਚੇ ਨੇ ਆਨਸਰ ਨਹੀਂ ਲਾਉਣਾ ਜੇ ਐਕੂਰੇਟ ਮੈਚ ਨਾ ਕਰੇ। ਆਪਾਂ ਕੱਲੇ ਕਨਸੈਪਟ ਨੂੰ ਕਲੀਅਰ ਕਰਕੇ ਦੇਖਿਆ, ਬਹੁਤ ਵਕੈਬ ਸਿੱਖਣ ਨੂੰ ਮਿਲੀ। ਤੇ ਮੈਚਿੰਗ ਕੀ ਹੈ ਤੁਸੀਂ ਇਹ ਵੀ ਨੋਟ ਕਰਕੇ ਦੇਖੋ, ਸਾਰਾ ਪੈਰਾ ਨਹੀਂ ਹੁੰਦਾ, ਵਿੱਚੋਂ ਇੱਕ ਦੋ ਲਾਈਨਸ ਹੁੰਦੀਆਂ ਨੇ, ਸਾਰਾ ਪੈਰਾ ਮੈਚ ਨਹੀਂ ਕਰਦਾ। ਸੋ ਦਿਸ ਇਜ਼ ਦਾ ਐਕੂਰੇਟ ਵੇ। 100% ਪੇਪਰ ਦੇ ਵਿੱਚ ਮੈਚਿੰਗ ਨੇ ਆਉਣਾ ਹੀ ਆਉਣਾ ਹੈਗਾ। ਤੇ ਘੱਟੋ ਘੱਟ 1.5 ਬੈਂਡ ਤੋਂ 2 ਬੈਂਡ ਤੁਹਾਨੂੰ ਪੇਪਰ ਦੇ ਵਿੱਚ ਇਹਦੇ ਆਉਣਗੇ। ਦੈਟਸ ਇਟ। ਪਰ ਇੱਕ ਗੱਲ ਹੋਰ ਦਿਮਾਗ 'ਚ ਰੱਖਿਓ, ਕੋਈ ਬੱਚਾ ਆ ਵਹਿਮ ਛੱਡ ਦਿਓ ਵੀ ਸਰ ਅਸੀਂ ਬੀ ਪੈਰਾਗ੍ਰਾਫ ਪੜ੍ਹਿਆ, ਅਸੀਂ ਜੀ ਪੈਰਾਗ੍ਰਾਫ ਪੜ੍ਹਿਆ, ਉਹ ਤਾਂ ਖਾਲੀ ਬਾਗੇ, ਉਹਨਾਂ 'ਚ ਕੁਛ ਆਇਆ ਨਹੀਂ, ਸਾਡਾ ਪੜ੍ਹਿਆ ਵੇਸਟ ਗਿਆ। ਪਰ ਯਾਦ ਰੱਖਿਓ, ਮੰਨ ਕੇ ਚਲੋ 14 ਤੋਂ ਲੈ ਕੇ 19 ਤੱਕ ਕੁਐਸਚਨ ਨੇ ਨਾ, ਹੁਣ ਜਿਹੜਾ 20 ਕੁਐਸਚਨ 21 22 23 24 25, ਕਿਉਂਕਿ ਪੈਰਾਗ੍ਰਾਫ 'ਚ 27 ਤੱਕ ਹੁੰਦੇ ਨੇ ਨਾ, ਤਾਂ ਜੇ ਉਹਨਾਂ ਚੋਂ ਕੋਈ ਨਾ ਕੋਈ ਕੁਐਸਚਨ ਬੀ ਚੋਂ ਵੀ ਆਊਗਾ, ਕੋਈ ਨਾ ਕੁਐਸਚਨ ਜੀ ਚੋਂ ਵੀ ਆਊਗਾ, ਤੁਹਾਡਾ ਪੜਿਆ ਬੇਕਾਰ ਨਹੀਂ ਜਾਊਗਾ। ਸੋ ਅੱਜ ਦਾ ਰੀਡਿੰਗ ਮੇਰੇ ਵੱਲੋਂ। ਜੇ ਵੀਡੀਓ ਵਧੀਆ ਲੱਗਿਆ ਆਪਦੇ ਕਮੈਂਟਸ ਕਰਕੇ ਦੱਸਿਓ। ਜੋ ਵੀ ਹੋਏਗਾ ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ। ਥੈਂਕ ਯੂ ਸੋ ਮਚ ਹਮੇਸ਼ਾ। ਪਰ ਜੇ ਕੋਈ ਗਲਤੀ ਹੋਈ ਹੋਵੇ ਤਾਂ ਗਲਤੀ ਕੱਢਣ ਦੀ ਬਜਾਏ ਮਾਫ ਕਰਿਓ। Thank you so much. Love you everyone.